ਤਾਂ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੀ ਸਨਅਤ ਦੇ ਨਾਲ ਜੁੜੀ ਇਹ ਵੱਡੀ ਖਬਰ। ਨਿਊਜ਼ 18 ਤੇ ਬੋਲੇ ਨੇ ਸਨਅਤ ਮੰਤਰੀ सुंदर श्याम अरोड़ा की लोड पैण ते इंडस्ट्री बंद करने ते फैसला हो सकता है, वधाया जा सकता है लॉकडाउन। सुंदर श्याम अरोड़ा ने कहा है कि लोगों को सावधानी बरतनी पवेगी, नहीं तो लॉकडाउन वधाया जा सकता है। सानू केंद्र तो कोई मदद नहीं मिल रही। तेल कीमतां ते कल केंद्र खिलाफ प्रदर्शन करांगे। पंजाब की हालत पहला ही खराब है, होर रियायत नहीं दे सकते। तां पहला सेहत मंत्री बलबीर सिंह सिद्धू, फिर उस तो बाद खुद कैप्टन अमरिंदर सिंह ते हुण सनअत मंत्री सुंदर श्याम अरोड़ा दे वल्लों इह वड्डा बयान दिता गया है कि लोड़ पई तो इंडस्ट्री बंद कर सकते हाँ, इससे कोई फैसला हो सकता है। नाल ही कहा कि लॉकडाउन वधाया जा सकता है। पंजाब की हालत पहला ही खराब है, असीं होर ज्यादा रियायतां नहीं दे सकते। नाल ही कहा कि तेल दीयां कीमतां जिहड़ियां लगातार वध रहीआं ने, उस ते कल केंद्र के खिलाफ प्रदर्शन करांगे, क्योंकि सानू केंद्र तो कोई भी मदद नहीं मिल रही। ਸਾਡੇ ਪੰਜਾਬ ਦੇ ਅਸਲ ਹਾਲਾਤ ਕੀ ਨੇ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਰੂਬਰੂ ਹੋਏ ਨੇ ਔਰ ਉਹਨਾਂ ਨੇ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਰ ਕੀਤੇ ਨੇ। ਖਦਸ਼ਾ ਇਹ ਵੀ ਜ਼ਾਹਰ ਕੀਤਾ ਗਿਆ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਖਰਾਬ ਹੁੰਦੇ ਨੇ ਕਰੋਨਾ ਨੂੰ ਲੈ ਕੇ, ਕਿਉਂਕਿ ਉਹਨਾਂ ਕਿਹਾ ਕਿ ਪੀਕ ਦਾ ਟਾਈਮ ਅਜੇ ਆਉਣਾ ਬਾਕੀ ਆ, ਅਗਰ ਹਾਲਾਤ ਖਰਾਬ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਫੈਸਲਾ ਲੋਕਡਾਊਨ ਦਾ ਵੀ ਕਰਨਾ ਪੈ ਸਕਦਾ। ਹਾਲਾਂਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਚਾਹੇ ਮੰਡੀ ਗੋਬਿੰਦਗੜ੍ਹ ਦੀ ਗੱਲ ਕਰ ਲਓ, ਚਾਹੇ ਗਿੱਦੜਬਾਹਾ ਦੀ ਗੱਲ ਕਰ ਲਓ, ਉੱਥੇ ਆਲਰੇਡੀ ਜਿਹੜਾ ਹੈਗਾ ਲੋਕਡਾਊਨ ਹੈ ਲਗਾ ਦਿੱਤਾ ਗਿਆ ਹੈ, ਯਾਨੀ ਇੱਕ ਸ਼ੁਰੂਆਤ ਹੋ ਗਈ ਹੈ। ਅਸਲ ਦੇ ਵਿੱਚ ਕੀ ਹਾਲਾਤ ਨੇ, ਆਉਣ ਵਾਲਾ ਟਾਈਮ ਪੰਜਾਬ ਦੇ ਲਈ ਕਿਹੋ ਜਿਹਾ ਜਿਹੜਾ ਰਹਿ ਸਕਦਾ। ਸਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਨੇ। ਅਰੋੜਾ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਸੰਕੇਤ ਦਿੱਤੇ ਨੇ ਔਰ ਉਹਨਾਂ ਨੇ ਸਾਫ਼ ਕਿਹਾ ਕਿ ਹਲੇ ਪੀਕ ਤਾਂ ਆਉਣਾ ਬਾਕੀ ਹੈ, ਤਾਂ ਉਸ ਪੀਕ ਦਾ ਅਸੀਂ ਕੀ ਅੰਦਾਜ਼ਾ ਲਾ ਸਕਦੇ ਹਾਂ ਤੇ ਤੁਸੀਂ ਕਿਵੇਂ ਦੇਖਦੇ ਹੋ ਅੱਜ ਸਟੇਟ ਦੀ ਹਾਲਤ ਕੀ ਹੈ? देखो, मैं सब तो पहला तुहानूं ये गल कहना चाहुंदा कि सीएम साहब ने बार बार एक गल कही है कि सानू सोशल डिस्टेंसिंग दे नाल और सानू पूरा हैल्थ डिपार्टमेंट की गाइडलाइन दे नाल चल के अपना जिहड़ा काम है करना चाहिए। जिथे साडे जिहड़े करोना दे रिजल्ट जिहड़े ने, जिथे लोग वध रहे ने, उत्थे जिद्दां तुसीं कह रहे हो मंडी गोबिंदगढ़ की गल कीती है, गिद्दड़बाहा की गल कीती है, जिथे केस वधे ने उत्थे तो सीएम साहब ने भी यही किया कि उत्थे लॉकडाउन करना पिया। और बिल्कुल सारे पंजाब दे अंदर ही वैसे लोग सूझवान ने, हर चीज़ का ध्यान करते हैं। सीएम साहब भी यही अपील कर रहे हैं, मैं भी यही अपील कर रहा कि सानू प्रकॉशन लगा के कोई भी जिहड़ा काम है मतलब पूरे प्रकॉशन दे नाल करना चाहिए, तां जो कि असी करोना तो बच सकीए ते अपना कारोबार भी कर सकीए। ਮੰਤਰੀ ਸਾਹਿਬ, ਇਹਦਾ ਮਤਲਬ ਇਹ ਮੰਨ ਕੇ ਚੱਲੀਏ ਵੀ ਹੋਰ ਵੀ ਰਿਵਿਊ ਕੀਤਾ ਜਾ ਰਿਹਾ, ਬਾਕੀ ਸ਼ਹਿਰਾਂ ਦਾ ਵੀ ਰਿਵਿਊ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਲੋਕਡਾਊਨ ਹੈ ਜਿਹੜਾ ਹੋਰ ਸ਼ਹਿਰਾਂ ਦੇ ਵਿੱਚ ਵੀ ਜਾ ਸਕਦਾ ਹੈ, ਜਾਂ ਤੁਹਾਡਾ ਇੰਡਸਟਰੀ ਮਹਿਕਮਾ ਹੈ ਤਾਂ ਕੀ ਇੰਡਸਟਰੀ ਨੂੰ ਲੈ ਕੇ ਵੀ ਤੁਸੀਂ ਰਿਵਿਊ ਕਰ ਰਹੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਇੰਡਸਟਰੀ ਤੇ ਵੀ ਕੱਟ ਲਾਉਣਾ ਪਿਆ, ਅਗਰ ਇੰਡਸਟਰੀ ਦੇ ਵੀ ਕੁਝ ਹਿੱਸੇ ਨੂੰ ਬੰਦ ਕਰਨਾ ਪਿਆ ਤਾਂ ਉਸ ਤੇ ਵੀ ਜਿਹੜਾ ਹੈਗਾ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਫੈਸਲਾ ਜਿਹੜਾ ਹੈਗਾ ਲੈ ਸਕਦੇ ਹੋ? ਸਰ, ਇਸ ਤਰ੍ਹਾਂ ਹੈਗਾ ਕਿ ਪਹਿਲਾਂ ਹੈਲਥ ਜ਼ਰੂਰੀ ਹੈ, ਪਹਿਲਾਂ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ, ਪਹਿਲਾਂ ਹੈਲਥ ਜ਼ਰੂਰੀ ਹੈ। अगर कोई ऐसे हालात होए कि मतलब ਜਿਹੜਾ कि ਤੁਹਾਡੇ ਸਾਹਮਣੇ ਜਿੱਦਾਂ ਅੱਜ ਮੰਡੀ ਗੋਬਿੰਦਗੜ੍ਹ ਜਾਂ ਉੱਥੇ ਹੋਇਆ ਹੈਗਾ, ਤੇ ਸੀਐਮ ਸਾਹਿਬ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਨੇ। ਉਹਦੇ ਲਈ ਇੱਕੋ ਹੀ ਚੀਜ਼ ਹੈ, ਅਗਰ ਸਾਡੇ ਜਿਹੜੇ ਹੈ ਇਹ ਪੇਸ਼ੈਂਟ ਨਹੀਂ ਵਧਣਗੇ ਤਾਂ ਲੋਕਡਾਊਨ ਨਹੀਂ ਹੋਏਗਾ। ਅਗਰ ਪੇਸ਼ੈਂਟ ਵਧਣਗੇ ਤਾਂ ਪਹਿਲਾਂ ਹੈਲਥ ਜ਼ਰੂਰੀ ਹੈ, ਉਹਦੇ ਬਾਰੇ ਸੋਚਣਾ ਪਏਗਾ ਜੋ ਸੀਐਮ ਸਾਹਿਬ ਨੇ ਕਿਹਾ ਹੈਗਾ। ਔਰ ਸਾਨੂੰ ਆਪਣੇ ਆਪ ਨੂੰ बिल्कुल हैल्थ डिपार्टमेंट की गाइडलाइन के मुताबिक सानू सोशल डिस्टेंसिंग बार बार हाथ धो के सानू चलना चाहिए, जो प्रिकॉशनस ने उन्होंने अडॉप्ट करना चाहिए तां जो असी करोना तो बच सकीए। और जिथे तक पंजाब की गल है, पूरे देश के अंदर अज जिथे जिथे भी करोना हैगा और पंजाब ने मतलब इस चीज़ च पहल की है कि इस तो किद्दां बचिया जा सकता। मानयोग मुख्य मंत्री ने उही सारे ਜਿਹੜੇ ਆਦੇਸ਼ ਸਾਨੂੰ ਦਿੱਤੇ ਨੇ। ਅਰੋੜਾ ਸਾਹਿਬ, ਜਿਸ ਤਰ੍ਹਾਂ ਮੰਡੀ ਗੋਬਿੰਦਗੜ੍ਹ ਔਰ ਅਮਲੋਹ ਦੀ ਇੰਡਸਟਰੀ ਨੂੰ 2 ਦਿਨ ਲਈ ਬੰਦ ਕੀਤਾ ਗਿਆ ਹੈ, ਹਫ਼ਤੇ 2 ਦਿਨ ਫਿਲਹਾਲ ਜਿਹੜਾ ਹੈਗਾ ਇਹ ਸ਼ੁਰੂਆਤ ਹੋਈ ਆ, ਤਾਂ ਕੀ ਇਸ ਨੂੰ ਲੈ ਕੇ ਰਿਵਿਊ ਕੀਤਾ ਜਾ ਰਿਹਾ ਕਿ ਇਸ ਨੂੰ ਲੈ ਕੇ ਕੋਈ ਮੀਟਿੰਗਾਂ ਤੁਹਾਡੀ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਪਲੈਨਿੰਗ ਹੈਗੀ ਹੈ ਕਿ ਕਿਹੜੀ ਇੰਡਸਟਰੀ ਨੂੰ, ਜਿਸ ਤਰ੍ਹਾਂ ਪਹਿਲਾਂ ਕੀਤਾ ਗਿਆ ਸੀ ਕਿ ਵੱਡੀ ਇੰਡਸਟਰੀ ਹੈ ਜਿਹੜੀ ਉਹ ਬੰਦ ਕਰਤੀ ਜਾਵੇ, ਜਾਂ ਫਿਰ ਉਹਨਾਂ ਨੂੰ ਇੱਕਾ ਦੁੱਕਾ ਦਿਨਾਂ ਦੇ ਲਈ ਬੰਦ ਕੀਤਾ ਜਾਵੇ, ਜਿਵੇਂ ਹੁਣ ਮੰਡੀ ਗੋਬਿੰਦਗੜ੍ਹ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਤਾਂ ਕੀ ਇਸ ਤਰ੍ਹਾਂ ਦੀ ਲੈ ਕੇ ਤੁਹਾਡੀ ਕੋਈ ਤਿਆਰੀ ਹੈ? ਤੁਸੀਂ ਕੋਈ ਇਸ ਦਾ ਰਿਵਿਊ ਕਰ ਰਹੇ ਹੋ? ਕੋਈ ਇਸ ਤਰ੍ਹਾਂ ਦੀ ਪਲੈਨਿੰਗ ਹੋ ਗਈ ਹੈ? ਦੇਖੋ, जिथे करोना के पेशेंट ਵਧਣਗੇ
ਉੱਥੇ ਉਹਦੇ ਬਾਰੇ ਵਿਚਾਰ ਕੀਤਾ ਜਾਏਗਾ ਕਿ ਪਹਿਲਾਂ ਪੰਜਾਬ ਨੂੰ ਬਚਾਉਣਾ ਹੈ, ਹੈਲਥ ਜ਼ਰੂਰੀ ਹੈ, ਔਰ ਜਿੱਥੇ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਉਹ ਚੱਲਦੀਆਂ ਰਹਿਣਗੀਆਂ ਉਹਨਾਂ ਜਗ੍ਹਾ ਤੇ ਵੀ। ਜਿਹੜੀਆਂ ਬਾਕੀ ਇੰਡਸਟਰੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ, ਅਗਰ ਉੱਥੇ ਕਰੋਨਾ ਦੇ ਪੇਸ਼ੈਂਟ ਵਧਣਗੇ ਤਾਂ ਇਹਦੇ ਬਾਰੇ ਜ਼ਰੂਰ ਸੋਚਿਆ ਜਾਏਗਾ। ਜੇ ਲੋਕਡਾਊਨ ਹੋਏਗਾ ਤੇ ਆਪਣੇ ਆਪ ਇੰਡਸਟਰੀ ਵੀ ਫਿਰ ਨਹੀਂ ਚੱਲ ਸਕੇਗੀ। ਅਗਰ ਜਿੱਦਾਂ ਜਿੱਦਾਂ ਦੇਖੋ ਹੁਣ 2,55,000 ਸਾਡੇ ਕੋਲ ਸਾਰੀ ਇੰਡਸਟਰੀ ਜਿਹੜੀ ਰਜਿਸਟਰਡ ਸੀ, 2,32,000 ਨੂੰ ਅਸੀਂ ਪਰਮਿਸ਼ਨ ਦੇ ਦਿੱਤੀ ਸੀ ਚਲਾਉਣ ਵਾਸਤੇ। ਉਹ ਹੁਣ ਜਿਹੜੀ ਬਾਕੀ ਰਹਿ ਗਈ ਸੀ ਸਿਰਫ ਕੰਟੇਨਮੈਂਟ ਏਰੀਏ ਜਿਹੜੇ ਹੈਲਥ ਡਿਪਾਰਟਮੈਂਟ ਨੇ ਬਣਾਏ ਸੀ, ਉਹਨਾਂ 'ਚ ਇੰਡਸਟਰੀ ਨਹੀਂ ਸੀ ਚੱਲ ਰਹੀ। ਇਹ 2 ਦਿਨ ਦਾ ਲੋਕਡਾਊਨ ਹੋਇਆ। ਮੈਂ ਉਮੀਦ ਕਰਦਾ ਕਿ ਜਲਦੀ ਹੀ ਮੰਡੀ ਗੋਬਿੰਦਗੜ੍ਹ ਜਾਂ ਗਿੱਦੜਬਾਹਾ ਜਿਹੜਾ ਕਵਰ ਹੋ ਜਾਏਗਾ ਤੇ ਸਾਰੀ ਇੰਡਸਟਰੀ ਚੱਲ ਪਏਗੀ। ਸਾਰੇ ਲੋਕ ਅਵੇਅਰ ਨੇ, ਲੋਕ ਸਮਝਦਾਰ ਨੇ ਇਸ ਤੋਂ ਕਿੱਦਾਂ ਬਚਣਾ ਹੈ, ਔਰ ਸਾਰਾ ਪ੍ਰੀਕਾਸ਼ਨ ਲੈ ਕੇ ਚੱਲ ਰਹੇ ਨੇ। ਅਰੋੜਾ ਸਾਹਿਬ, ਤੁਸੀਂ ਕੈਪਟਨ ਅਮਰਿੰਦਰ ਸਰਕਾਰ ਦੇ ਹਿੱਸਾ ਹੋ। ਲੋਕ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਰ ਕਰਦੇ ਨੇ, ਲੋਕਾਂ ਦੇ ਮਨਾਂ ਦੇ ਵਿੱਚ ਬੜੇ ਸਵਾਲ ਹੁੰਦੇ ਨੇ ਜਿਹੜੇ ਆਪਦੀ ਸਰਕਾਰ ਤੋਂ ਪੁੱਛਣਾ ਚਾਹੁੰਦੇ ਨੇ। ਹੁਣ ਤਾਜ਼ਾ ਕੱਲ ਮੁੱਖ ਮੰਤਰੀ ਸਾਹਿਬ ਲਾਈਵ ਹੋਏ ਨੇ ਔਰ ਉਹਨਾਂ ਨੇ ਕਈ ਤਰ੍ਹਾਂ ਦੇ ਸੰਕੇਤ ਦਿੱਤੇ ਨੇ। ਇੱਕ ਪਾਸੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਲੇ ਪੀਕ ਤੇ ਜਿਹੜਾ ਹੈਗਾ ਜਾਣਾ, ਯਾਨੀ ਹਾਲਾਤ ਖਰਾਬ ਹੋ ਸਕਦੇ ਨੇ। ਦੂਜੇ ਪਾਸੇ ਉਹਨਾਂ ਨੇ ਢਿੱਲ ਦੇਣ ਦੀ ਵੀ ਗੱਲ ਕਰ ਲਈ ਹੈ ਕਿ 50% ਤੇ ਪਹਿਲਾਂ ਬੱਸਾਂ ਚੱਲ ਰਹੀਆਂ ਸੀ, ਉਹ ਕਹਿੰਦੇ ਕਿ 100% ਦੀ ਸਵਾਰੀਆਂ ਦੇ ਨਾਲ ਬੱਸਾਂ ਚੱਲ ਸਕਦੀਆਂ, ਮਿੰਨੀ ਬੱਸਾਂ ਵੀ ਕਹਿੰਦੇ ਚੱਲ ਸਕਦੀਆਂ, ਕੋਈ ਦਿੱਕਤ ਨਹੀਂ, ਪਰ ਮਾਸਕ ਜ਼ਰੂਰ ਪਾ ਲਿਓ। ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਇਹ ਕਿਹੜੀ ਰਣਨੀਤੀ ਆ ਕਿ ਇਸ ਨੂੰ ਲੈ ਕੇ ਕੋਈ ਸਲਾਹ ਮਸ਼ਵਰਾ ਤੁਹਾਡੀ ਕੈਬਨਿਟ ਦੇ ਵਿੱਚ ਇਸ ਤੇ ਪਹਿਲਾਂ ਵਿਚਾਰ ਹੋਇਆ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਰਾਏ ਕੀ ਹੈ ਕਿ ਇਹ ਆਉਣ ਵਾਲੇ ਟਾਈਮ ਸੌਖਾ ਰਹੇਗਾ? ਦੇਖੋ, ਹਰ ਤਰ੍ਹਾਂ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਸੀਐਮ ਸਾਹਿਬ ਕੋਲ ਪਹੁੰਚਦੀ ਹੈ। ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸੀਐਮ ਸਾਹਿਬ ਤੋਂ ਕੋ ਪਹੁੰਚਦੀ ਹੈ। ਬੜੀ ਸਾਰੀ ਉਹ ਜਿਹੜੀ ਐਕਸਪਰਟ ਦੀ ਰਾਏ ਲੈ ਕੇ ਜਿਹੜਾ ਫੈਸਲਾ ਕੀਤਾ ਜਾਂਦਾ ਹੈ। ਅਗਰ ਬੱਸਾਂ ਚੱਲੀਆਂ ਤੇ ਲੋਕ ਬੱਸ ਸਟੈਂਡ ਤੇ ਜਾ ਕੇ ਖੜ ਜਾਂਦੇ ਸੀ, 10 ਸਵਾਰੀਆਂ ਨਹੀਂ ਹੁੰਦੀਆਂ, ਬੱਸ ਨਹੀਂ ਸੀ ਚੱਲਦੀ। ਇਹ ਜਿਹੜੀ ਖੁੱਲ੍ਹ ਦਿੱਤੀ ਗਈ ਹੈ, ਜਿੱਥੇ ਤੱਕ ਮੈਂ ਸਮਝਦਾ ਲੋਕ ਬੜੇ ਸਿਆਣੇ ਨੇ। ਇਹ ਨਹੀਂ ਹੈ ਕਿ ਜੇ ਅਸੀਂ 50 ਦੀ ਖੁੱਲ੍ਹ ਦੇ ਦਿੱਤੀ ਤਾਂ ਬੱਸ 'ਚ 50 ਹੀ ਸਵਾਰੀਆਂ ਬੈਠਣਗੀਆਂ। ਜੋ ਇੱਕ ਸਾਹਮਣੇ ਚੀਜ਼ ਆ ਰਹੀ ਸੀ ਕਿ ਬੱਸ ਤਾਂ ਚੱਲ ਪਈ ਲੇਕਿਨ ਉਹ ਸਵਾਰੀਆਂ ਹੀ ਨਹੀਂ ਸੀ ਹੋ ਰਹੀਆਂ ਤੇ ਬੱਸ ਚੱਲ ਨਹੀਂ ਸੀ ਰਹੀ। ਮੈਨੂੰ ਲੱਗਦਾ ਕਿ ਇੱਕ ਲੋਕਾਂ ਨੂੰ ਜਿਹੜਾ ਹੈਗਾ ਇੱਕ ਸਹੂਲਤ ਦਿੱਤੀ ਗਈ ਹੈ। ਕੋਈ ਐਸੀ ਚੀਜ਼ ਨਹੀਂ ਹੋਏਗੀ ਉਹਦੇ ਵਿੱਚ ਵੀ ਮਤਲਬ ਲੋਕਾਂ ਨੂੰ ਮਾਸਕ ਪਾਉਣ ਨੂੰ ਕਿਹਾ ਗਿਆ। ਅੱਜ ਮੈਂ ਤੁਹਾਡੇ ਕੋਲ ਬੈਠਾ, ਸਾਡੇ 'ਚ ਵੀ 3-4 ਫੁੱਟ ਦੀ ਦੂਰੀ ਹੈ। ਹਰ ਜਿਹੜਾ ਵਿਅਕਤੀ ਹੈ ਇਹਨੂੰ ਪ੍ਰੀਕਾਸ਼ਨ ਲੈ ਕੇ ਚੱਲ ਰਿਹਾ ਹੈਗਾ। ਦੇਖੋ, ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ, ਮੈਂ ਸਮਝਦਾ ਇੱਕ ਥੋੜ੍ਹੀ ਬਹੁਤੀ ਜਿਹੜੀ ਟਰਾਂਸਪੋਰਟ ਹੈ ਇਹ ਸਮੂਥਲੀ, ਜਿਹੜੀ ਲੋਕਾਂ ਦੀ ਕੰਪਲੇਂਟਸ ਆ ਰਹੀ ਸੀ ਕਿ ਅਸੀਂ ਸਵੇਰ ਦੇ ਬੱਸ ਸਟੈਂਡ ਤੇ ਖੜੇ ਹਾਂ ਤੇ ਉਹ ਸਵਾਰੀਆਂ ਹੀ ਨਹੀਂ ਆ ਰਹੀਆਂ ਤੇ ਸਾਡੀ ਜਿਹੜੀ ਬੱਸ ਹੈ ਉਹ ਚੱਲ ਨਹੀਂ ਰਹੀ, ਸਾਨੂੰ ਬੱਸ ਮਿਲ ਨਹੀਂ ਰਹੀ। ਉਹਦੇ ਕਰਕੇ ਮੈਂ ਸਮਝਦਾ ਸ਼ਾਇਦ ਕੀਤਾ ਹੋਵੇਗਾ ਤਾਂ ਜੋ ਇੱਕ ਲੋਕਾਂ ਨੂੰ ਪਤਾ ਲੱਗ ਜਾਏ ਕਿ ਜਿਹੜੀਆਂ ਬੱਸਾਂ ਚੱਲ ਪਈਆਂ ਨੇ ਔਰ ਜਿੱਥੇ ਵੀ ਕੋਈ ਜਾਣਾ ਚਾਹੁੰਦਾ ਹੈ ਪ੍ਰੀਕਾਸ਼ਨ ਦੇ ਨਾਲ ਉਹ ਜਾ ਸਕਦਾ। ਮੰਤਰੀ ਸਾਹਿਬ, ਡੀਜ਼ਲ ਪੈਟਰੋਲ ਦੇ ਰੇਟਾਂ ਨੂੰ ਜਿਹੜਾ ਹੈਗਾ ਕਹਿ ਸਕਦੇ ਕਿ ਅੱਗ ਹੀ ਲੱਗ ਗਈ ਹੈ। ਡੀਜ਼ਲ ਲਗਾਤਾਰ ਵੱਧ ਰਿਹਾ। ਪਹਿਲੀ ਵਾਰੀ ਹੋਇਆ ਕਹਿੰਦੇ ਕਿ ਡੀਜ਼ਲ ਪੈਟਰੋਲ ਨੂੰ ਪਛਾੜ ਗਿਆ। ਤਾਂ ਇੰਡਸਟਰੀ ਸਿੱਧੇ ਤੌਰ ਤੇ ਡੀਜ਼ਲ ਨਾਲ ਜੁੜੀ ਹੋਈ ਹੈ, ਇੰਡਸਟਰੀ ਹੋਵੇ ਚਾਹੇ ਖੇਤੀ ਹੋਵੇ। ਤਾਂ ਐਸੇ ਹਾਲਾਤਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇੰਡਸਟਰੀ ਨੂੰ ਚਲਾਉਣਾ, ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਸੁਨੇਹੇ ਆਉਣੇ ਸ਼ੁਰੂ ਹੋਏ ਹੋਣਗੇ ਕਿ ਇੰਡਸਟਰੀ ਰਿਆਇਤ ਮੰਗਦੀ ਹੋਏਗੀ? ਕੀ ਪੰਜਾਬ ਸਰਕਾਰ ਆਪਣੇ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਪਲੈਨਿੰਗ ਕਰ ਰਹੀ ਹੈ ਜਾਂ ਫਿਰ ਕੇਂਦਰ ਤੇ ਦਬਾਅ ਬਣਾਉਣ ਦੇ ਲਈ ਕੋਈ ਕੋਸ਼ਿਸ਼ ਹੋਈ ਹੈ, ਜਾਂ ਫਿਰ ਹਲੇ ਤੁਸੀਂ ਵੀ ਜਿਹਦੇ ਆਮ ਲੋਕ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਵੀ ਸ਼ਾਇਦ ਹਲੇ ਦੇਖ ਹੀ ਰਹੀ ਹੈ ਕਿ ਦੇਖਦੇ ਹਾਂ ਕੀ ਹੁੰਦਾ? ਸਰ ਦੇਖੋ, ਕੱਲ ਵੀ ਸੀਐਮ ਸਾਹਿਬ ਨੇ ਗੱਲ ਕਹੀ ਹੈ ਕਿ ਜਿੱਥੇ ਤੱਕ ਆਪੋਜੀਸ਼ਨ ਦਾ ਸਵਾਲ ਹੈ ਕਿ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਪੰਜਾਬ ਬਾਰੇ ਸੋਚਣਾ ਚਾਹੀਦਾ, ਪੰਜਾਬ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ। ਅਗਰ ਅਸੀਂ ਗੱਲ ਕਰੀਏ ਪੈਕੇਜ ਦੀ ਤੇ ਸਾਡੀ ਇੰਡਸਟਰੀ ਨੂੰ ਕੋਈ ਪੈਕੇਜ ਸੈਂਟਰ ਗਵਰਨਮੈਂਟ ਵੱਲੋਂ ਨਹੀਂ ਮਿਲਿਆ। ਬਾਰ-ਬਾਰ ਅਸੀਂ ਉਹਦੀ ਮੰਗ ਕਰ ਰਹੇ। ਤੁਸੀਂ ਡੀਜ਼ਲ ਦੀ ਗੱਲ ਕੀਤੀ ਹੈ, ਕਦੀ ਇੱਦਾਂ ਰੇਟ ਵਧੇ ਆ? ਇਹਨਾਂ ਦੇ ਬੜੇ ਲੀਡਰ ਜਿਹੜੇ ਹੁਣ ਬਹੁਤ ਬੜੇ ਮਿਨਿਸਟਰ ਬੈਠੇ ਨੇ, ਬਣ ਕੇ ਬੈਠੇ ਨੇ, ਇਹ ਸੜਕਾਂ ਤੇ ਸੀ ਜਦੋਂ ਯੂਪੀਏ ਗਵਰਨਮੈਂਟ ਸੀ ਕਿ ਇੰਨਾ ਰੇਟ ਵੱਧ ਗਿਆ ਜੀ। ਹੁਣ ਕੱਚੇ ਤੇਲ ਦਾ ਦੇਖੋ ਕੀ ਰੇਟ ਹੈ ਤੇ ਕਿੰਨਾ ਡੀਜ਼ਲ, ਔਰ ਪਹਿਲੀ ਵਾਰ ਹੈ ਕਿ ਪੈਟਰੋਲ ਤੋਂ ਡੀਜ਼ਲ ਮਹਿੰਗਾ ਹੋ ਰਿਹਾ। ਇਹ ਲੋਕਾਂ ਨੂੰ ਦੇਖੋ ਇੰਡਸਟਰੀ ਕਿੱਦਾਂ ਚੱਲੂਗੀ, ਆਮ ਲੋਕਾਂ ਤੇ ਕਿੰਨਾ ਬੋਝ ਹੈ। ਕਰੋਨਾ ਦੇ ਨਾਲ ਲੋਕੀ ਘਰਾਂ 'ਚ ਬੈਠੇ ਨੇ, ਲੋਕਾਂ ਕੋਲ ਪੈਸਾ ਹੈ ਨਹੀਂ। ਸੈਂਟਰ ਗਵਰਨਮੈਂਟ ਡੇ ਬਾਈ ਡੇ ਡੇਲੀ ਜਿਹੜੇ ਡੀਜ਼ਲ ਔਰ ਪੈਟਰੋਲ ਦੇ ਰੇਟ ਵਧ ਰਹੇ ਨੇ। ਕੱਲ ਅਸੀਂ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਇਹਨਾਂ ਦੇ ਖਿਲਾਫ, ਔਰ ਸਾਡੇ ਸਾਰੀ ਪਾਰਟੀ ਹਾਈ ਕਮਾਨ ਮਤਲਬ ਇਸ ਚੀਜ਼ 'ਚ ਲੱਗੀ ਹੋਈ ਹੈ ਕਿ ਇਹ ਚੀਜ਼ ਨੂੰ ਰੋਕਣਾ ਪਏਗਾ। ਇੱਕ ਕਰੋਨਾ ਦਾ ਸੰਕਟ ਹੈ, ਇੱਕ ਦੂਸਰਾ ਬਹੁਤ ਵੱਡੀ ਜਿਹੜੀ ਜਿਹਦੇ ਬਗੈਰ ਚੱਲਿਆ ਹੀ ਨਹੀਂ ਜਾ ਸਕਦਾ, ਇੱਕ ਬਹੁਤ ਵੱਡਾ ਜਿਹੜੀ ਮਾਰ ਹੈ ਸੈਂਟਰ ਗਵਰਨਮੈਂਟ ਜਿਹੜੀ ਸਾਡੇ ਤੇ ਲੋਕਾਂ ਦੇ ਪਾ ਰਹੀ ਹੈ, ਉਹਦੇ ਅਗੇਂਸਟ ਅਸੀਂ ਕੱਲ ਪ੍ਰਦਰਸ਼ਨ ਕਰ ਰਹੇ ਹਾਂ। ਮੰਤਰੀ ਸਾਹਿਬ ਕਹਿੰਦੇ ਘੱਟ ਕਹਿੰਦੇ ਆਪਾਂ ਵੀ ਨਹੀਂ, ਪੰਜਾਬ ਨੇ ਵੀ ਕਹਿੰਦੇ ਜਿੰਨਾ ਕੁ ਰੇਟ ਵਧਾ ਸਕਦੇ ਸੀ ਉਹਨਾਂ ਵਧਾ ਕੇ ਰੱਖਿਆ ਵਾ।
ਤਾਂ ਕੋਈ ਪੰਜਾਬ ਸਰਕਾਰ ਆਪਦੇ ਲੈਵਲ ਤੇ ਨਹੀਂ ਕੋਈ ਰਿਆਇਤ ਦੇ ਸਕਦੀ? ਨਹੀਂ ਤਾਂ ਪੰਜਾਬ ਤਾਂ ਖੇਤੀ ਪ੍ਰਧਾਨ ਸੂਬਾ, ਐਗਰੀਕਲਚਰ ਬੇਸਡ ਹੈ ਤੇ ਇੱਥੇ ਤਾਂ ਡੀਜ਼ਲ ਦੀ ਖਪਤ ਜ਼ਿਆਦਾ ਹੈ, ਇੰਡਸਟਰੀ ਦੀ ਹਾਲਤ ਪੰਜਾਬ ਦੀ ਕਿਸੇ ਤੋਂ ਲੁਕੀ ਨਹੀਂ। ਤਾਂ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਆਪਣੇ ਲੈਵਲ ਤੇ ਵੀ ਕੋਈ ਕੋਸ਼ਿਸ਼ ਕਰੇ, ਤੁਸੀਂ ਥੋੜਾ ਬਹੁਤਾ ਰੇਟ ਥੱਲੇ ਲਿਆਓ? ਤੁਸੀਂ ਮੈਨੂੰ ਇਹ ਦੱਸੋ, ਇਹੀ ਗੱਲ ਉੱਠਦੀ ਹੈ। ਸੁਖਬੀਰ ਬਾਦਲ ਜੀ ਦਾ ਵੀ ਇੱਕ ਦਿਨ ਮੈਂ ਕਹਿ ਰਿਹਾ ਸੀ, ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਕਿ ਪੰਜਾਬ 10 ਰੁਪਏ ਥੱਲੇ ਕਰ ਦੇਵੇ ਸੈਂਟਰ ਤੋਂ। ਅਸੀਂ ਉਹ ਕੁਝ ਕਰਾਓ ਤਾਂ ਸਹੀ, ਰਾਜਨੀਤੀ ਕਰ ਰਹੇ ਆ, ਕੁਝ ਕਰਨ ਤਾਂ ਸਹੀ, ਸਾਡੇ ਨਾਲ ਚੱਲਣ। ਅਸੀਂ ਸੀਐਮ ਸਾਹਿਬ ਨੇ ਕਿੰਨੀ ਵਾਰ ਕਿਹਾ ਅਸੀਂ ਪ੍ਰਾਈਮ ਮਿਨਿਸਟਰ ਕੋ ਚੱਲਦੇ ਹਾਂ, ਸੈਂਟਰ ਕੋ ਜਾ ਕੇ ਗੱਲ ਕਰਦੇ। ਤੁਸੀਂ ਘਟਾ ਕੇ ਤਾਂ ਆਓ, ਸਾਡਾ ਆਪਣੇ ਆਪ ਘਟ ਜਾਏਗਾ ਜਦੋਂ ਰੇਟ ਘਟ ਜਾਏਗਾ। ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ। ਉਹ ਸੈਂਟਰ ਦੇ ਖਿਲਾਫ ਕੋਈ ਗੱਲ ਕਹਿੰਦੇ ਨਹੀਂ। ਰੋਜ਼ 9 ਤੋਂ 10 ਰੁਪਏ ਰੇਟ ਵੱਧ ਗਿਆ, ਇੱਕ ਵੀ ਕਿਸੇ ਨੇ ਪ੍ਰਦਰਸ਼ਨ ਕੀਤਾ? ਅਕਾਲੀ ਦਲ ਬੀਜੇਪੀ ਨੇ ਕਿ ਇੰਨਾ ਰੇਟ ਸੈਂਟਰ ਤੋਂ ਲਗਾਤਾਰ ਵਧਾਈ ਜਾਂਦਾ ਜੀ, ਯਾਨੀ ਤੁਹਾਡੇ ਵਾਲੇ ਪਾਸੇ ਕੋਈ ਇਸ਼ਾਰਾ ਵੀ ਨਹੀਂ ਆਇਆ, ਯਾਨੀ ਪੰਜਾਬ ਕਿਸੇ ਕਿਸਮ ਦੀ ਕੋਈ ਰਾਇਤ ਦੇਣ ਦੇ ਮੂਡ 'ਚ ਫਿਲਹਾਲ ਨਹੀਂ ਹੈਗਾ ਜੇ ਕੇਂਦਰ ਨਹੀਂ ਦਿੰਦਾ ਤਾਂ। ਸਾਡੀ ਜਿਹੜੀ ਆਰਥਿਕ ਸਥਿਤੀ ਹੈ, ਸਾਡੀ ਜਿਹੜੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ, ਅਸੀਂ ਲੋਕਾਂ ਵਾਸਤੇ ਬੈਠੇ ਹਾਂ। ਜਿੱਦਾਂ ਸਾਡੇ ਤੁਹਾਡੇ ਸਾਹਮਣੇ ਕਿਸੇ ਪਾਸਿਓਂ ਵੀ ਜਿਹੜਾ ਰੈਵਨਿਊ ਹੈ ਸਟੇਟ ਕੋਲ ਆ ਨਹੀਂ ਰਿਹਾ, ਔਰ ਜੋ ਅਸੀਂ ਸੈਂਟਰ ਗਵਰਨਮੈਂਟ ਤੋਂ ਵੀ ਆਪਾਂ ਪੈਸੇ ਲੈਣੇ ਨੇ, ਸਾਡਾ GST ਜੋ ਕੁਝ ਹੈ ਅਸੀਂ ਉਹਦੀ ਵੀ ਡਿਮਾਂਡ ਕਰ ਰਹੇ ਹਾਂ ਸੈਂਟਰ ਗਵਰਨਮੈਂਟ ਤੋਂ। ਅਸੀਂ ਬਾਰ-ਬਾਰ ਇੰਡਸਟਰੀ ਦੇ ਪੈਕੇਜ ਦੀ ਗੱਲ ਕੀਤੀ, ਕਿੰਨੇ 50 ਲੱਖ ਕਰੋੜ ਦੀ ਗੱਲ ਕਰ ਦਿੱਤੀ ਗਈ ਕਿ ਅਸੀਂ ਪੈਕੇਜ ਦੇ ਰਹੇ ਹਾਂ, ਤੇ ਇੰਡਸਟਰੀ ਨੂੰ ਤਾਂ ਇੱਕ ਪੈਸਾ ਨਹੀਂ ਮਿਲਿਆ। ਅਸੀਂ ਮੰਗ ਕੀਤੀ ਕਿ ਮਿਨੀਮਮ ਜਿਹੜੀ ਸਾਡੀ MSME ਆ, ਛੋਟੀ ਇੰਡਸਟਰੀ ਹੈ ਜਾਂ ਕੋਈ ਵੀ ਸਾਡੀ ਜਿਹੜੀ ਇੰਡਸਟਰੀ ਹੈ, ਉਹਦੇ ਲਈ ਮਿਨੀਮਮ 6 ਮੰਥ ਦਾ ਬੈਂਕ ਇੰਟਰਸਟ ਜਿਹੜਾ ਹੈ ਛੱਡ ਦਿੱਤਾ ਜਾਵੇ। ਬੜੀ ਵਾਰ ਸਾਰੇ ਮਿਨਿਸਟਰ ਨਾਲ ਗੱਲ ਕੀਤੀ, ਲੇਕਿਨ ਕੋਈ ਗੱਲ ਇਹ ਜਿਹੜੀ ਹੈ ਪੂਰੀ ਨਹੀਂ ਹੋਈ। ਔਰ ਜਿਹੜੇ ਛੋਟਾ ਜਿਹਾ ਸਟੇਟ ਸ਼ੇਅਰ ਹੈ ਉਹਦੇ ਬਾਰੇ ਆਪੋਜੀਸ਼ਨ ਗੱਲ ਕਰ ਰਿਹਾ, ਜਿਹੜਾ 90% ਸੈਂਟਰ ਦਾ ਬਰਡਨ ਪੈ ਰਿਹਾ ਉਹਦੇ ਬਾਰੇ ਕੋਈ ਆਪੋਜੀਸ਼ਨ ਗੱਲ ਨਹੀਂ ਕਰ ਰਿਹਾ। ਤੇ ਅਸੀਂ ਤਾਂ ਕਹਿੰਦੇ ਚਲੋ ਸਾਡੇ ਨਾਲ ਅਸੀਂ ਇਕੱਠੇ ਹੋ ਕੇ ਦਿੱਲੀ ਚਲੀਏ, ਉਹਨਾਂ ਨਾਲ ਗੱਲ ਕਰੀਏ। ਪਰ ਰਾਜਨੀਤੀ ਸਿਰਫ ਪੰਜਾਬ 'ਚ ਹੋ ਰਹੀ ਹੈ, ਪੰਜਾਬ ਦੇ ਲੋਕਾਂ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ, ਪੰਜਾਬ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ। ਤਾਂ ਸਾਫ਼ ਸੰਕੇਤ ਨੇ ਕਿ ਆਮ ਲੋਕਾਂ ਦੀ ਜ਼ਿੰਦਗੀ ਹਲੇ ਕੋਈ ਸੌਖੀ ਹੁੰਦੀ ਨਜ਼ਰ ਨਹੀਂ ਆ ਰਹੀ। ਇੱਕ ਪਾਸੇ ਕਰੋਨਾ ਦਾ ਕਹਿਰ ਤੇ ਉੱਤੋਂ ਮਹਿੰਗਾਈ ਦਾ ਦੌਰ ਆ ਜਿਹੜਾ ਉਹ ਲਗਾਤਾਰ ਜਾਰੀ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਰਾਹਤ ਮਿਲਦੀ ਕਿਸੇ ਪਾਸਿਓਂ ਨਜ਼ਰ ਨਹੀਂ ਆ ਰਹੀ। ਤਾਂ ਲੋਕਾਂ ਨੂੰ ਖੁਦ ਹੀ ਸੰਭਲਣਾ ਪੈਣਾ। ਅੱਜ ਪਹਿਲਾਂ ਬਿਮਾਰੀ ਤੋਂ ਬਚਣ ਦੀ ਜ਼ਰੂਰਤ ਹੈ, ਮਹਿੰਗਾਈ ਦੇ ਨਾਲ ਸ਼ਾਇਦ ਅੱਗੇ ਜਾ ਕੇ ਨਜਿੱਠਿਆ ਜਾ ਸਕਦਾ, ਪਰ ਸਭ ਤੋਂ ਪਹਿਲਾਂ ਜ਼ਰੂਰਤ ਹੈ ਕਿ ਇਸ ਕਰੋਨਾ ਵਰਗੀ ਮਹਾਮਾਰੀ ਦੇ ਨਾਲ ਕਿੱਦਾਂ ਨਜਿੱਠਿਆ ਜਾਵੇ, ਕਿੱਦਾਂ ਆਪਣਾ ਬਚਾਅ ਕੀਤਾ ਜਾਵੇ। ਕੈਮਰਾਮੈਨ ਅਸ਼ੋਕ ਬੈਨੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ। ਤਾਂ ਸ਼ਾਮ ਸੁੰਦਰ ਅਰੋੜਾ ਨੂੰ ਤੁਸੀਂ ਸੁਣਿਆ, ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਜੇਕਰ ਹਾਲਾਤ ਵਿਗੜਦੇ ਨੇ ਤਾਂ ਇੰਡਸਟਰੀ ਬੰਦ ਕਰਨੀ ਪੈ ਸਕਦੀ ਹੈ। ਪੰਜਾਬ ਦੇ ਸਨਅਤ ਦੇ ਨਾਲ ਜੁੜੀ ਹੋਈ ਵੱਡੀ ਖਬਰ, ਜਿੱਥੇ ਕੈਪਟਨ ਅਮਰਿੰਦਰ ਸਿੰਘ ਖੁਦ ਸੰਕੇਤ ਦੇ ਚੁੱਕੇ ਨੇ ਕਿ ਹਜੇ ਸਥਿਤੀ ਗੰਭੀਰ ਹੈ, ਹਿਦਾਇਤਾਂ ਨੂੰ ਹਲਕੇ ਦੇ ਵਿੱਚ ਨਾ ਲਾਓ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਹਿ ਚੁੱਕੇ ਨੇ, ਤੇ ਉੱਥੇ ਹੀ ਹੁਣ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇੰਡਸਟਰੀ ਵੀ ਬੰਦ ਕਰਨੀ ਪੈ ਜਾਵੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਰੋਨਾ ਦੇ ਨਾਲ ਲੜਨ ਦੇ ਲਈ ਜੰਗ ਜਾਰੀ ਹੈ, ਪਰ ਜੇਕਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਥੋੜੇ ਹੋਰ ਜ਼ਿਆਦਾ ਖਰਾਬ ਹੁੰਦੇ ਨੇ ਤਾਂ ਹੋ ਸਕਦਾ ਹੈ ਕਿ ਥੋੜੇ ਸਮੇਂ ਦੇ ਲਈ ਲੋਕਡਾਊਨ ਪੂਰਨ ਤੌਰ ਤੇ ਲਗਾਉਣਾ ਪੈ ਜਾਵੇ। ਤੇ ਜੇਕਰ ਲੋਕਡਾਊਨ ਲੱਗਦਾ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਫਿਰ ਇੰਡਸਟਰੀ ਵੀ ਬੰਦ ਹੋਵੇਗੀ। ਤਾਂ ਪੰਜਾਬ ਦੀ ਸਨਅਤ ਦੇ ਨਾਲ ਜੁੜੀ ਹੋਈ ਖਬਰ, ਕਾਰੋਬਾਰ ਬੰਦ ਸੀ, ਇੰਡਸਟਰੀਆਂ ਹਾਲ ਹੀ ਦੇ ਵਿੱਚ ਸ਼ੁਰੂ ਹੋਈਆਂ ਨੇ, ਕੰਮ ਅਜੇ ਉੱਥੇ ਪਟੜੀ ਤੇ ਆਉਣਾ ਸ਼ੁਰੂ ਵੀ ਨਹੀਂ ਹੋਇਆ ਕਿ ਦੁਬਾਰਾ ਤੋਂ ਉਹਨਾਂ ਦੇ ਸ਼ਟਰ ਡਾਊਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਲੋਕਡਾਊਨ ਹੁੰਦਾ ਹੈ ਤਾਂ ਇੰਡਸਟਰੀ ਵੀ ਬੰਦ ਹੋ ਸਕਦੀ ਹੈ। ਜਿਵੇਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੰਡਸਟਰੀ ਫਿਲਹਾਲ 3 ਦਿਨ ਦੇ ਲਈ 4 ਦਿਨ ਦੇ ਲਈ ਬੰਦ ਕਰ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਵੀ ਹਾਲਾਤਾਂ ਨੂੰ ਵੇਖਦਿਆਂ ਸਰਕਾਰ ਪ੍ਰਸ਼ਾਸਨ ਅਜਿਹਾ ਕੋਈ ਫੈਸਲਾ ਲੈ ਲਵੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਦੜਬਾਹਾ ਦੇ ਵਿੱਚ ਸੋਮਵਾਰ ਦਾ ਦਿਨ ਵੀ ਲੋਕਡਾਊਨ ਨੂੰ ਵਧਾ ਕੇ ਮੰਗਲਵਾਰ ਸਵੇਰ ਤੱਕ ਕਰ ਦਿੱਤਾ ਗਿਆ। ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਦੇ ਵਿੱਚ ਵੀ ਮੰਗਲਵਾਰ ਸ਼ਾਮ ਤੱਕ ਦੇ ਲਈ ਲੋਕਡਾਊਨ ਵਧਾ ਦਿੱਤਾ ਗਿਆ ਹੈ। ਉੱਥੇ ਇੰਡਸਟਰੀ ਬੰਦ ਹੈ, ਬਾਜ਼ਾਰ ਪੂਰੀ ਤਰ੍ਹਾਂ ਬੰਦ ਹੈ। ਤਾਂ ਲੋਹੇ ਦਾ ਹੱਬ ਹੈ ਮੰਡੀ ਗੋਬਿੰਦਗੜ੍ਹ, ਇੱਕ ਵੱਡੀ ਇੰਡਸਟਰੀ ਹੈ ਉੱਥੇ। ਤਾਂ ਅਜਿਹੇ ਦੇ ਵਿੱਚ ਜੇਕਰ ਹੋਰ ਸ਼ਹਿਰਾਂ ਦੇ ਵਿੱਚ ਵੀ ਕੇਸ ਜ਼ਿਆਦਾ ਵੱਧਦੇ ਨੇ, ਹਾਲਾਤ ਖਰਾਬ ਹੁੰਦੇ ਨੇ, ਤਾਂ ਉੱਥੇ ਲੋਕਡਾਊਨ ਵਧਾਇਆ ਜਾ ਸਕਦਾ ਹੈ।